ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅਮਰੀਕਾ ਵਿੱਚ ਆਇਆ ਤੂਫਾਨ, 50 ਤੋਂ ਵੱਧ ਦੀ ਹੋਈ ਮੌਤ। ਪੰਜਾਬੀ ਦੀ ਹੋਈ ਮੌਤ, ਪੁਲਿਸ ਨੇ ਦੱਸੀ ਪਹਿਚਾਣ। ਕੈਨੇਡਾ ਵਾਸੀਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ। ਕੋਰੋਨਾ ਦੇ ਨਵੇਂ ਰੂਪ ਕਾਰਨ ਚੁੱਕਿਆ ਗਿਆ ਕਦਮ। ਕਈ ਥਾਵਾਂ ਤੇ ਪਵੇਗੀ ਬਰਫ਼, ਮੌਸਮ ਬਾਰੇ ਆਈ ਜਾਣਕਾਰੀ। ਕੋਰੋਨਾ ਦੇ ਨਵੇਂ ਰੂਪ ਬਾਰੇ ਜਾਣਕਾਰੀ, ਅਫਰੀਕਾ ਦੇ ਡਾਕਟਰ ਨੇ ਕੀਤਾ ਦਾਅਵਾ। ਅਮਰੀਕਾ ਦੇ ਕਈ ਹਿੱਸੇ ਤੂਫਾਨ ਨਾਲ ਪ੍ਰਭਾਵਿਤ ਹੋਏ ਨੇ। ਕਈ ਖੇਤਰਾਂ ਵਿੱਚ ਭਾਰੀ ਤੂਫਾਨ ਆਇਆ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਇਨ੍ਹਾਂ ਥਾਵਾਂ ਤੇ ਜੋ ਤੂਫਾਨ ਆਇਆ ਹੈ, ਉਸ ਤੋਂ ਬਾਅਦ 50 ਤੋਂ ਵੱਧ ਮੌਤਾਂ ਦੱਸੀਆਂ ਜਾ ਰਹੀਆਂ ਨੇ ਤੇ ਕਈ ਲੋਕ ਘਰਾਂ ਤੋਂ ਬੇਘਰ ਹੋ ਗਏ। ਅਮਰੀਕਾ ਦੇ ਕਈ ਇਲਾਕਿਆਂ ਵਿੱਚ ਤੂਫਾਨ ਵੱਲੋਂ ਭਾਰੀ ਤਬਾਹੀ ਮਚਾਈ ਗਈ। ਇਸ ਤੂਫਾਨ ਕਾਰਨ ਅਮਰੀਕਾ ਦੇ ਵੱਖ-ਵੱਖ ਥਾਵਾਂ ਤੇ 70 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਦੇ ਕਈ ਹਿੱਸਿਆਂ ਵਿੱਚ ਇਹ ਜੋ ਤੂਫਾਨ ਆਇਆ, ਉਸ ਦੇ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਸ ਕਾਰਨ ਅਮਰੀਕਾ ਦੇ ਕੈਂਟਕੀ ਵਿੱਚ ਐਮਰਜੈਂਸੀ ਵੀ ਲਗਾ ਦਿੱਤੀ ਗਈ ਹੈ। ਅਮਰੀਕਾ ਦੇ ਜਿਹੜੇ ਹਿੱਸੇ ਇਸ ਤੂਫਾਨ ਕਾਰਨ ਪ੍ਰਭਾਵਿਤ ਹੋਏ ਹਨ, ਉੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਵੀ ਸਮੇਂ-ਸਮੇਂ ਤੇ ਦਿੱਤੀ ਜਾ ਰਹੀ ਹੈ। ਇਸ ਬਾਰੇ ਗਵਰਨਰ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Before midnight, I declared a state of emergency. I've activated the National Guard, and we are deploying 181 guardsmen, including search and extraction and debris clearance folks. They'll be arriving in communities this morning. The Transportation Cabinet has mobilized its heavy equipment to help clear debris. They'll be assisted by the Guard and the Division of Forestry. State police have been working all night to save lives, and an IMT team of EMS, fire, and other professionals are on the way. I've also requested an immediate federal emergency declaration, and we've got 2 tractor trailers filled with water headed towards Western Kentucky. I want to thank every local EMS employee, police officer, firefighter, and first responder. This has been one of the toughest nights in Kentucky history, and some areas have been hit in ways that are hard to put into words. To all of our Kentucky families that are impacted by this, we want you to know that we are here for you. We love you. We are praying for you. Make sure people know that they are not alone, that this is one state standing strong with those that have been impacted. I'm going to turn it over to Michael Dossett from Emergency Management, and then we'll hear from our Adjutant General as well. At the moment, it looks like we're going to have to take questions via email. Those instructions have gone out because of a technical difficulty. ਟੋਰਾਂਟੋ ਦਾ ਇੱਕ ਹੋਮਿਸਾਈਡ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਪੀੜਤ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕਰ ਦਿੱਤੀ ਗਈ ਹੈ। ਇਸ ਪੀੜਤ ਦੀ ਪਹਿਚਾਣ ਪੰਜਾਬੀ ਨੌਜਵਾਨ ਦੇ ਤੌਰ ਤੇ ਉੱਪਰ ਦੱਸੀ ਗਈ, ਜਿਸ ਦਾ ਨਾਮ ਇੰਦਰਪ੍ਰੀਤ ਸਿੰਘ ਦੱਸਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ, ਜਿਸ ਦੀ ਉਹਨਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਸੀ ਤੇ ਹੁਣ ਉਹਨਾਂ ਵੱਲੋਂ ਨਾਮ ਜਨਤਕ ਕਰ ਦਿੱਤਾ ਗਿਆ, ਜੋ ਹੋਮਿਸਾਈਡ ਮਾਮਲੇ ਦਾ ਪੀੜਤ ਸੀ। ਟੋਰਾਂਟੋ ਤੋਂ ਜੋ ਹੋਮਿਸਾਈਡ ਦਾ ਮਾਮਲਾ ਸਾਹਮਣੇ ਆਇਆ ਸੀ, ਇਸ ਦੇ ਪੀੜਤ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹੋਮਿਸਾਈਡ ਮਾਮਲੇ ਦੇ ਪੀੜਤ ਦਾ ਨਾਮ ਇੰਦਰਪ੍ਰੀਤ ਸਿੰਘ ਹੈ ਤੇ ਉਸ ਦੀ ਉਮਰ 28 ਸਾਲ ਦੇ ਕਰੀਬ ਦੱਸੀ ਗਈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਵੀਰਵਾਰ ਤੋਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਦਰਅਸਲ ਮਿਡ ਟਾਊਨ ਅਪਾਰਟਮੈਂਟ ਦੇ ਵਿੱਚ ਪੁਲਿਸ ਨੂੰ ਇੱਕ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਇਸ ਮਾਮਲੇ ਨੂੰ ਸਸਪੀਸ਼ੀਅਸ ਦੱਸਿਆ ਗਿਆ ਸੀ, ਜੋ ਘਟਨਾ 2 ਵਜੇ ਦੇ ਕਰੀਬ ਸਾਹਮਣੇ ਆਈ। ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ 88 ਰੈਂਡਪਾਥ ਐਵੀਨਿਊ ਦੇ ਅਪਾਰਟਮੈਂਟ ਤੋਂ ਇਸ ਸਸਪੀਸ਼ੀਅਸ ਘਟਨਾ ਦੇ ਬਾਰੇ ਕਾਲਸ ਮਿਲੀਆਂ ਸਨ। ਇਸ ਦੌਰਾਨ ਪੁਲਿਸ ਜਦੋਂ ਘਟਨਾ ਵਾਲੀ ਥਾਂ ਤੇ ਪਹੁੰਚੀ ਤਾਂ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਅੰਦਰ ਦਾਖਲੇ ਤੋਂ ਰੋਕਿਆ ਜਾ ਰਿਹਾ ਸੀ। ਆਫੀਸਰਸ ਜਦੋਂ ਅਪਾਰਟਮੈਂਟ ਦੇ ਵਿੱਚ ਦਾਖਲ ਹੋਏ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਇੱਕ ਵਿਅਕਤੀ ਮ੍ਰਿਤਕ ਪਿਆ ਸੀ। ਇਸ ਪੀੜਤ ਦਾ ਨਾਮ ਪੁਲਿਸ ਵੱਲੋਂ ਇੰਦਰਪ੍ਰੀਤ ਸਿੰਘ ਮਾਂਗੜ ਦੱਸਿਆ ਗਿਆ, ਜਿਸ ਦੀ ਉਮਰ 28 ਸਾਲ ਦੇ ਕਰੀਬ ਹੈ। ਇੰਦਰਪ੍ਰੀਤ ਸਿੰਘ ਟੋਰਾਂਟੋ ਨਾਲ ਸੰਬੰਧਿਤ ਦੱਸਿਆ ਗਿਆ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਇੱਕ 41 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ, ਜਿਸ ਉੱਪਰ ਸੈਕੰਡ ਡਿਗਰੀ ਮਰਡਰ ਲਗਾਇਆ ਗਿਆ ਹੈ। ਹੁਣ ਜਲਦ ਹੀ ਉਸ ਦੀ ਕੋਰਟ ਵਿੱਚ ਪੇਸ਼ੀ ਹੋਵੇਗੀ, ਜਿਸ ਵਾਸਤੇ 23 ਦਸੰਬਰ ਦਾ ਸਮਾਂ ਤੈਅ ਕੀਤਾ ਗਿਆ।
ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ 4168087400 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਕੈਨੇਡੀਅਨਸ ਨੂੰ ਸਲਾਹ ਦਿੱਤੀ ਗਈ। ਕੈਨੇਡਾ ਵਾਸੀਆਂ ਨੂੰ ਕਿਹਾ ਗਿਆ ਕਿ ਇਸ ਸਮੇਂ ਦੇਸ਼ ਤੋਂ ਬਾਹਰ ਯਾਤਰਾ ਕਰਨਾ ਕਾਫੀ ਕਨਫਿਊਜ਼ਿੰਗ ਹੋਵੇਗਾ ਅਤੇ ਅਜਿਹਾ ਨਾ ਕੀਤਾ ਜਾਵੇ। ਇਸ ਤੋਂ ਬਾਅਦ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਕੈਨੇਡਾ ਤੋਂ ਬਾਹਰ ਯਾਤਰਾ ਕਰਨ ਵਾਸਤੇ ਜਾਂਦੇ ਨੇ ਉਹ ਖਾਸ ਤੌਰ ਦੇ ਉੱਪਰ ਧਿਆਨ ਰੱਖਣ। ਕੈਨੇਡਾ ਤੋਂ ਬਾਹਰ ਯਾਤਰਾ ਕਰਨ ਵਾਲਿਆਂ ਦੇ ਲਈ ਕੈਨੇਡਾ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਬਾਹਰ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਦੌਰਾਨ ਯਾਤਰਾ ਕਰਨੀ ਠੀਕ ਨਹੀਂ ਹੋਵੇਗੀ। ਇਸ ਨੂੰ ਉਹਨਾਂ ਵੱਲੋਂ ਕੰਪਲਿਕੇਟਡ ਦੱਸਿਆ ਗਿਆ। ਓਮਿਕਰੋਨ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਫੈਡਰਲ ਹੈਲਥ ਐਕਸਪਰਟਸ ਵੱਲੋਂ ਯਾਤਰਾ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ ਤੇ ਕੈਨੇਡੀਅਨਸ ਨੂੰ ਕਿਹਾ ਗਿਆ ਕਿ ਉਹ ਕੈਨੇਡਾ ਤੋਂ ਬਾਹਰ ਯਾਤਰਾ ਤੋਂ ਪਰਹੇਜ਼ ਕਰਨ। ਦੱਸ ਦਈਏ ਕਿ ਹੁਣ ਤੱਕ ਓਮਿਕਰੋਨ ਵੇਰੀਐਂਟ ਨਾਲ ਸੰਬੰਧਿਤ ਕੈਨੇਡਾ ਵਿੱਚ 87 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ ਵਿੱਚ ਇਸ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਸੰਬੰਧੀ ਸਖਤੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ, ਜਿੱਥੇ ਕਈ ਦੇਸ਼ਾਂ ਦੇ ਉੱਪਰ ਯਾਤਰਾ ਸੰਬੰਧੀ ਰੋਕ ਲਗਾ ਦਿੱਤੀ ਗਈ। ਹਾਲਾਂਕਿ ਇਸ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਕੈਨੇਡਾ ਵੱਲੋਂ ਕੈਨੇਡੀਅਨਸ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਹੁਣ ਕੈਨੇਡਾ ਤੋਂ ਬਾਹਰ ਯਾਤਰਾ ਨਾ ਕੀਤੀ ਜਾਵੇ ਕਿਉਂਕਿ ਇਹ ਕੰਪਲਿਕੇਟਡ ਹੋ ਸਕਦੀ ਹੈ। When in particular we think about traveling outside of Canada. As we said earlier, Omicron is not yet prevalent in Canada, has limited community transmission. That is going to change. And you'll look at the modeling of Dr. Tam and Dr. Liu in a moment, you'll see how it could change relatively quickly. But it's not, the community transmission of Omicron now is limited, and therefore it's not, domestically speaking, what people should think about when they plan their holiday opportunities with friends and families. However, if they think about traveling outside of Canada, Omicron should be a big red part of their radar screen. It should be flashing because things are happening very quickly outside of Canada. And so if they think of traveling, that should be a serious alarm bell, a serious concern for them, because it's not only about coming back to Canada, and when they come back to Canada, they should expect delays and hassle. That's going to be it, because we're going to do what we need to do to protect the health and safety of Canadians at airports. But they should also be mindful that it's going to be uncertain and risky to travel in a number of other countries over the next weeks, given the serious increase in the incidence of Omicron that we are seeing abroad. ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਥਾਵਾਂ ਤੇ ਭਾਰੀ ਬਰਸਾਤ, ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਕਈ ਥਾਵਾਂ ਤੇ ਵੀਕਐਂਡ ਦੌਰਾਨ ਅਜਿਹਾ ਹੀ ਰਹਿਣ ਵਾਲਾ ਹੈ। ਬਾਕੀ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਲੋਅਰ ਮੇਨਲੈਂਡ ਦੇ ਸਕਾਈ ਰੈਸਟੋਰੈਂਟ ਵੱਲੋਂ ਇਸ ਹਫ਼ਤੇ ਭਾਰੀ ਬਰਫ਼ਬਾਰੀ ਦਾ ਸਵਾਗਤ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਥਾਵਾਂ ਤੇ ਬਰਫ਼ਬਾਰੀ ਹੋ ਰਹੀ ਹੈ, ਜਿਸ ਬਾਰੇ ਇਨਵਾਇਰਨਮੈਂਟ ਕੈਨੇਡਾ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਤੇ ਹੁਣ ਸਕਾਈ ਰੈਸਟੋਰੈਂਟ ਵਿੱਚ ਇਸ ਸੀਜ਼ਨ ਦੀ ਭਾਰੀ ਸਨੋਫਾਲ ਦਾ ਸਵਾਗਤ ਕੀਤਾ ਗਿਆ। ਇੱਥੇ ਸ਼ਨੀਵਾਰ ਜਾਣੀ ਕਿ ਅੱਜ 15 ਤੋਂ 20 ਸੈਂਟੀਮੀਟਰ ਤੱਕ ਬਰਫ਼ਬਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਤੋਂ ਇਲਾਵਾ ਇਨਵਾਇਰਨਮੈਂਟ ਕੈਨੇਡਾ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਹੋਰ ਸਟਾਰਮ ਆ ਸਕਦਾ ਹੈ। ਇਸ ਤੂਫਾਨ ਨਾਲ ਤੇਜ਼ ਹਵਾਵਾਂ, ਭਾਰੀ ਬਰਸਾਤ ਅਤੇ ਕਈ ਸੂਬਿਆਂ ਵਿੱਚ ਸਨੋ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜੋ ਕਿ ਇਸ ਵੀਕਐਂਡ ਹੋਣ ਵਾਲੀ ਹੈ। ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਮਾਊਂਟੇਨਸ ਵਿੱਚ ਇਸ ਵੀਕਐਂਡ 35 ਤੋਂ 40 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਨਵੰਬਰ ਮਹੀਨੇ ਦੀ ਸ਼ੁਰੂਆਤ ਵਿੱਚ 34 ਸੈਂਟੀਮੀਟਰ ਤੱਕ ਇੱਥੇ ਸਨੋ ਪੈ ਚੁੱਕੀ ਹੈ। ਹੁਣ ਇਸ ਤੋਂ ਇਲਾਵਾ ਇਨਵਾਇਰਨਮੈਂਟ ਕੈਨੇਡਾ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਾੜਾਂ ਵਿੱਚ ਮੌਸਮ ਇੱਕਦਮ ਬਦਲ ਸਕਦਾ ਹੈ। ਇੱਥੇ ਕਈ ਥਾਵਾਂ ਤੇ ਐਤਵਾਰ ਅਤੇ ਸੋਮਵਾਰ ਵਾਲੇ ਦਿਨ ਰੇਨਫਾਲ ਸਨੋ ਵਿੱਚ ਬਦਲ ਜਾਵੇਗੀ। ਹੌਲੀਡੇ ਸੀਜ਼ਨ ਦੌਰਾਨ ਸ਼ਰਾਬ ਦੀ ਕਮੀ ਆ ਸਕਦੀ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਕਈ ਥਾਵਾਂ ਤੇ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਸ਼ਰਾਬ ਦੀ ਕਮੀ ਹੌਲੀਡੇ ਸੀਜ਼ਨ ਵਿੱਚ ਨਜ਼ਰ ਆ ਸਕਦੀ ਹੈ। ਇਸ ਬਾਰੇ ਦੱਸਿਆ ਜਾ ਰਿਹਾ ਹੈ। ਇਸ ਬਾਰੇ ਕੀ ਹੋਰ ਜਾਣਕਾਰੀ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਛੁੱਟੀਆਂ ਦੌਰਾਨ ਕੈਨੇਡਾ ਵਿੱਚ ਸ਼ਰਾਬ ਦੀ ਸ਼ਾਰਟੇਜ ਨਜ਼ਰ ਆਉਣ ਵਾਲੀ ਹੈ। ਇਸ ਬਾਰੇ ਅਥਾਰਟੀਜ਼ ਵੱਲੋਂ ਜਾਣਕਾਰੀ ਦਿੱਤੀ ਗਈ। ਅਥਾਰਟੀਜ਼ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਸਪਲਾਈ ਚੇਨ ਕਾਰਨਾਂ ਦੇ ਕਾਰਨ ਸ਼ਰਾਬ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਗ੍ਰਾਹਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਸ਼ਰਾਬ ਦੀ ਖਰੀਦਦਾਰੀ ਪਹਿਲਾਂ ਹੀ ਕਰ ਲੈਣ। ਹੁਣ ਕੈਨੇਡਾ ਵਿੱਚ ਤਿਉਹਾਰਾਂ ਦੇ ਮੌਕੇ ਤੇ ਜਿਸ ਅਲਕੋਹਲ ਸ਼ਾਰਟੇਜ ਦੇ ਬਾਰੇ ਕਿਹਾ ਜਾ ਰਿਹਾ ਹੈ ਉਸ ਦੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਨੇ। ਇਸ ਪਿੱਛੇ ਮਾਹਿਰਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਇਸ ਸਮੇਂ ਲੇਬਰ ਸ਼ਾਰਟੇਜ ਨਜ਼ਰ ਆ ਰਹੀ ਹੈ ਜਾਂ ਫਿਰ ਚੀਜ਼ ਦੀ ਡਿਮਾਂਡ ਅਤੇ ਉਸ ਦੀ ਸਪਲਾਈ ਹੈ, ਉਸ ਦੇ ਕਾਰਨ ਸ਼ਰਾਬ ਦੀ ਕਮੀ ਨਜ਼ਰ ਆ ਸਕਦੀ ਹੈ। ਹੁਣ ਕਈ ਥਾਵਾਂ ਤੇ ਲੇਬਰ ਸ਼ਾਰਟੇਜ ਕਾਰਨ ਸ਼ਰਾਬ ਦੀ ਪ੍ਰੋਡਕਸ਼ਨ ਵਿੱਚ ਕਮੀ ਆ ਰਹੀ ਹੈ। ਇਸ ਤੋਂ ਇਲਾਵਾ ਟਰਾਂਸਪੋਰਟੇਸ਼ਨ ਦੀ ਮੁਸ਼ਕਿਲ ਬਾਰੇ ਵੀ ਮਾਹਿਰਾਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਕਈ ਥਾਵਾਂ ਤੇ ਟਰਾਂਸਪੋਰਟੇਸ਼ਨ ਦੀ ਵੀ ਮੁਸ਼ਕਿਲ ਹੈ। ਇਸ ਬਾਰੇ ਸਸਕੈਚਵਾਨ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਇੱਥੇ ਅਲਕੋਹਲ ਸਪਲਾਈ ਚੇਨ ਇਸ਼ੂਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਤਾਂ ਵੱਖ-ਵੱਖ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਚਿੰਤਾ ਵੱਧ ਗਈ। ਹੁਣ ਇਸ ਬਾਰੇ ਅਫਰੀਕਾ ਦੇ ਇੱਕ ਡਾਕਟਰ ਵੱਲੋਂ ਦਾਅਵਾ ਕੀਤਾ ਗਿਆ। ਇਸ ਡਾਕਟਰ ਦਾ ਕਹਿਣਾ ਹੈ ਕਿ ਡੈਲਟਾ ਦੇ ਮੁਕਾਬਲੇ ਵੇਰੀਐਂਟ ਘੱਟ ਖਤਰਨਾਕ ਹੈ। ਚਾਹੇ ਇਹ ਤੇਜ਼ੀ ਨਾਲ ਫੈਲਦਾ ਹੈ, ਪਰ ਇਸ ਦਾ ਕੋਈ ਵੀ ਅਜਿਹਾ ਪ੍ਰਭਾਵ ਨਜ਼ਰ ਨਹੀਂ ਆਇਆ ਕਿ ਓਮਿਕਰੌਨ ਵੇਰੀਐਂਟ ਨਾਲ ਪੋਜ਼ਿਟਿਵ ਪਾਏ ਗਏ ਮਰੀਜ਼ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਹੋਵੇ। ਇਸ ਬਾਰੇ ਡਾਕਟਰ ਨੇ ਹੋਰ ਕੀ ਕਿਹਾ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ, ਪਰ ਹੁਣ ਓਮਿਕਰੌਨ ਵੇਰੀਐਂਟ ਬਾਰੇ ਇੱਕ ਸਾਊਥ ਅਫਰੀਕਾ ਦੇ ਡਾਕਟਰ ਵੱਲੋਂ ਦਾਅਵਾ ਕੀਤਾ ਗਿਆ। ਓਮਿਕਰੌਨ ਵੇਰੀਐਂਟ ਬਾਰੇ ਇਸ ਡਾਕਟਰ ਦਾ ਕਹਿਣਾ ਹੈ ਕਿ ਇਹ ਡੈਲਟਾ ਦੇ ਮੁਕਾਬਲੇ ਘੱਟ ਸਿੰਪਟਮ ਸ਼ੋ ਕਰਦਾ ਹੈ। ਸਾਊਥ ਅਫਰੀਕਾ ਦੇ ਇਸ ਡਾਕਟਰ ਮੁਤਾਬਕ ਜਿਹੜੇ ਵੀ ਓਮਿਕਰੌਨ ਵੇਰੀਐਂਟ ਨਾਲ ਪੋਜ਼ਿਟਿਵ ਪਾਏ ਗਏ, ਇਹਨਾਂ ਵਿੱਚੋਂ ਅਜੇ ਤੱਕ ਕੋਈ ਵੀ ਹਸਪਤਾਲ ਵਿੱਚ ਦਾਖਲ ਨਹੀਂ ਹੋਇਆ। ਇਸੇ ਦੇ ਕਾਰਨ ਕਈ ਮਾਹਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਡੈਲਟਾ ਦੇ ਮੁਕਾਬਲੇ ਓਮਿਕਰੌਨ ਵੇਰੀਐਂਟ ਘੱਟ ਖਤਰਨਾਕ ਹੈ। ਚਾਹੇ ਇਸ ਵੇਰੀਐਂਟ ਦਾ ਫੈਲਾਅ ਵੀ ਤੇਜ਼ੀ ਨਾਲ ਹੁੰਦਾ ਹੈ, ਪਰ ਡੈਲਟਾ ਦੇ ਮੁਕਾਬਲੇ ਇਹ ਘੱਟ ਖਤਰਨਾਕ ਦੱਸਿਆ ਜਾ ਰਿਹਾ ਹੈ। ਹੁਣ ਇਸ ਬਾਰੇ ਕੀ ਡਾਕਟਰ ਵੱਲੋਂ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Anecdotal information from doctors have reported that patients present with scratchy throat, cough, fever, diarrhea, and vomiting. In children, many have no respiratory symptoms. So children often test positive without any respiratory symptoms. Preliminary evidence suggests that there may be an increased risk of reinfection with this variant. And people who have had previous COVID could become infected more easily with this variant as compared to the previous variants of concern. So as things stand, the vaccines are showing to be really still very strong in protecting against severe disease. As it has been with the previous variants, it shows what the figures from the numbers from hospitals does show that indeed those who are vaccinated are much better protected even against this. And the proportion of admissions in children less than 5 years in total admissions has decreased to 14%. It was 21, then 14% in week 46, and currently it's even lower at 8%. So this was seemed to have been the phenomenon early. This is still early days, but there are very promising signs that largely patients, even those who are in hospital, are mild. Many of them are incidental. They came into hospital for other reasons, other illnesses. And because when you have to be admitted, you have to be tested first. And many of those who had come for other reasons have tested positive, notwithstanding that they are not ill from the COVID-19 variant itself. ontario ਦੇ ਇੱਕ ਖੇਤਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਾਹਨ ਵੱਲੋਂ ਇੱਕ ਵਿਅਕਤੀ ਨੂੰ ਟੱਕਰ ਮਾਰੀ ਗਈ ਅਤੇ ਮੌਕੇ ਤੋਂ ਉਹ ਫਰਾਰ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਪੀੜਤ ਦਾ ਨਾਮ ਚੰਦਕ ਨਹੀਂ ਕੀਤਾ ਗਿਆ। ਡਾਊਨਟਾਊਨ ਤੋਂ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਟੋਰਾਂਟੋ ਪੁਲਿਸ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਮਾਮਲਾ 11:45 ਦੇ ਕਰੀਬ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਇੱਕ 34 ਸਾਲਾ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਰਾਗੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਾਹਨ ਵੱਲੋਂ ਟੱਕਰ ਮਾਰੀ ਗਈ ਉਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਉਹਨਾਂ ਵੱਲੋਂ ਸਸਪੈਕਟ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹੁਣ ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਕੋਲ ਫੁਟੇਜ ਹੋਵੇ ਜਾਂ ਫਿਰ ਕੋਈ ਡੈਸ਼ ਕੈਮ ਵੀਡੀਓ ਹੋਵੇ ਤਾਂ ਪੁਲਿਸ ਨਾਲ ਜ਼ਰੂਰ ਸੰਪਰਕ ਕਰਨ। ਫਿਲਹਾਲ ਟ੍ਰੈਫਿਕ ਸਰਵਿਸਿਜ਼ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਉਹ 4168081900 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਨੇ। ਫਿਲਹਾਲ ਪੁਲਿਸ ਵੱਲੋਂ ਪੀੜਤ ਦਾ ਨਾਮ ਵੀ ਜਨਤਕ ਨਹੀਂ ਕੀਤਾ ਗਿਆ। ਬਾਕੀ ਦੀ ਜਾਣਕਾਰੀ ਇਨਫੋਰਮੇਸ਼ਨ ਇਕੱਠੀ ਕਰਨ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇਗੀ। ਐਪਸਫੋਰਡ ਦੇ ਹਾਈਵੇ 11 ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਹਾਈਵੇ 11 ਨੂੰ ਮੁੜ ਆਵਾਜਾਈ ਵਾਸਤੇ ਖੋਲ੍ਹ ਦਿੱਤਾ ਗਿਆ। ਇੱਥੇ ਜੋ ਭਾਰੀ ਬਰਸਾਤ ਹੋਈ ਸੀ ਉਸ ਕਾਰਨ ਕਈ ਜਗ੍ਹਾ ਪ੍ਰਭਾਵਿਤ ਹੋਈਆਂ ਤੇ ਹਾਈਵੇ ਵੀ ਬੰਦ ਕਰ ਦਿੱਤੇ ਗਏ ਕਿਉਂਕਿ ਮੀਂਹ ਕਾਰਨ ਉਹ ਨੁਕਸਾਨੇ ਗਏ। ਇਸ ਤੋਂ ਬਾਅਦ ਹੁਣ ਕਈ ਹਾਈਵੇ ਮੁੜ ਤੋਂ ਖੋਲ੍ਹੇ ਜਾ ਰਹੇ ਹਨ। ਐਪਸਫੋਰਡ ਦੇ ਹਾਈਵੇ 11 ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਆਵਾਜਾਈ ਵਾਸਤੇ ਇਜਾਜ਼ਤ ਦੇ ਦਿੱਤੀ ਗਈ। ਹੁਣ ਐਪਸਫੋਰਡ ਦੇ ਹਾਈਵੇ 11 ਨੂੰ ਕਮਰਸ਼ੀਅਲ ਵਾਹਨਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ 6 ਦਸੰਬਰ ਨੂੰ ਇਸ ਹਾਈਵੇ ਤੇ ਪੈਸੇਂਜਰ ਅਤੇ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਵਾਹਨ ਚਾਲਕਾਂ ਨੂੰ ਕਿਹਾ ਗਿਆ ਸੀ ਕਿ ਹਾਈਵੇ ਉੱਪਰ ਆਪਣੇ ਵਾਹਨ ਨੂੰ ਬਹੁਤ ਹੌਲੀ ਰਫ਼ਤਾਰ ਦੇ ਵਿੱਚ ਚਲਾਇਆ ਜਾਵੇ। ਸਾਊਥ ਮੇਨ ਲੇਨ ਵਿੱਚ ਦੋਵੇਂ ਦਿਸ਼ਾਵਾਂ 'ਚ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅਜੇ ਵੀ ਦੋਵੇਂ ਨਾਰਥਬਾਊਂਡ ਲੇਨਸ ਨੂੰ ਬੰਦ ਰੱਖਿਆ ਗਿਆ ਹੈ। ਦੱਸੀਏ ਕਿ ਹੁਣ ਵੀ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਇਲਾਕੇ ਵਿੱਚ ਗੈਰ ਜ਼ਰੂਰੀ ਯਾਤਰਾ ਤੋਂ ਬਚਾਅ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਭਾਰੀ ਬਰਸਾਤ ਦੇ ਕਾਰਨ ਐਪਸਫੋਰਡ ਦੇ ਕਈ ਹਿੱਸੇ ਕਾਫੀ ਪ੍ਰਭਾਵਿਤ ਹੋਏ। ਇੱਥੇ ਮੀਂਹ ਪੈਣ ਦੇ ਕਾਰਨ ਕਈ ਹਾਈਵੇਜ਼ ਬੰਦ ਕਰ ਦਿੱਤੇ ਗਏ, ਜਿਨ੍ਹਾਂ ਨੂੰ ਮੁੜ ਤੋਂ ਹੁਣ ਹੌਲੀ-ਹੌਲੀ ਕਰਕੇ ਖੋਲ੍ਹਿਆ ਜਾ ਰਿਹਾ ਹੈ। ਇਸੇ ਤੇ ਚੱਲਦਿਆਂ ਐਪਸਫੋਰਡ ਦੇ ਹਾਈਵੇ 11 ਤੋਂ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਹੁਣ ਆਮ ਆਵਾਜਾਈ ਵਾਸਤੇ ਇਜਾਜ਼ਤ ਦੇ ਦਿੱਤੀ ਗਈ ਹੈ। ਓਨਟਾਰੀਓ ਦੇ ਇੱਕ ਖੇਤਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਾਹਨ ਦੀ ਟੱਕਰ ਲੱਗਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਪੀੜਤ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ। ਓਨਟਾਰੀਓ ਦੇ ਸਕਾਰਬਰੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਟੱਕਰ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੈਰਾਮੈਡਿਕਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਿਸ ਰਾਹਗੀਰ ਨੂੰ ਟੱਕਰ ਲੱਗੀ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ 11:33 ਦੇ ਕਰੀਬ ਵਾਪਰਿਆ। ਇਸ ਬਾਰੇ ਪੈਰਾਮੈਡਿਕਸ ਵੱਲੋਂ ਦੱਸਿਆ ਗਿਆ ਕਿ ਜਿਸ ਵਿਅਕਤੀ ਨੂੰ ਵਾਹਨ ਦੀ ਟੱਕਰ ਲੱਗੀ ਉਸ ਨੂੰ ਮੌਕੇ ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਜੋ ਵਾਹਨ ਇਸ ਹਾਦਸੇ ਵਿੱਚ ਸ਼ਾਮਿਲ ਸੀ ਉਹ ਘਟਨਾ ਵਾਲੀ ਥਾਂ ਤੇ ਹੀ ਮੌਜੂਦ ਸੀ ਤੇ ਡਰਾਈਵਰ ਚੱਲ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਇਸ ਨੂੰ ਕੁਝ ਹੀ ਦੂਰੀ ਤੇ ਲੋਕੇਟ ਕਰ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਪੀੜਤ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ ਤੇ ਇਸ ਦੌਰਾਨ ਜੋ ਵਾਹਨ ਚਲਾਉਣ ਵਾਲਾ ਡਰਾਈਵਰ ਸੀ ਉਸ ਦੇ ਬਾਰੇ ਵੀ ਪੁਲਿਸ ਵੱਲੋਂ ਕੁਝ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਆਉਣ ਵਾਲੇ ਕੁਝ ਸਮੇਂ ਦੌਰਾਨ ਹੀ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜੋ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਉਸ ਦਾ ਟੋਰਾਂਟੋ ਪੁਲਿਸ ਆਪਰੇਸ਼ਨਸ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ। ਡੈਲਟਾ ਵੱਲੋਂ ਪਲਾਸਟਿਕ ਸੰਬੰਧੀ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ ਉਹਨਾਂ ਵੱਲੋਂ ਪਲਾਸਟਿਕ ਅਤੇ ਫੋਮ ਕੰਟੇਨਰਸ ਉੱਪਰ ਰੋਕ ਲਗਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਕਈ ਸ਼ਹਿਰ ਅਜਿਹਾ ਕਰ ਚੁੱਕੇ ਨੇ ਤੇ ਹੁਣ ਡੈਲਟਾ ਵੱਲੋਂ ਵੀ ਪਲਾਸਟਿਕ ਰੋਕਣ ਸੰਬੰਧੀ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਡੈਲਟਾ ਵੱਲੋਂ ਪਲਾਸਟਿਕ ਚੈੱਕਆਊਟ ਬੈਗਸ ਅਤੇ ਫੋਮ ਕੰਟੇਨਰਸ ਨੂੰ ਹੁਣ ਬੈਨ ਕੀਤਾ ਜਾ ਰਿਹਾ ਹੈ। ਡੈਲਟਾ ਕੌਂਸਲ ਵੱਲੋਂ ਸਿੰਗਲ ਯੂਜ਼ ਪਲਾਸਟਿਕ ਬੈਗ ਅਤੇ ਫੋਮ ਕੰਟੇਨਰਸ ਨੂੰ ਬੈਨ ਕਰਨ ਦੇ ਬਾਇਲਾਅ ਨੂੰ ਅਪਰੂਵ ਕਰ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਸਰੀ ਵੱਲੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਤੇ ਹੁਣ ਡੈਲਟਾ ਵੱਲੋਂ ਵੀ ਪਲਾਸਟਿਕ ਕੰਟੇਨਰਸ ਦੇ ਉੱਪਰ ਅਤੇ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਜਿਵੇਂ ਇਹ ਬਾਇਲਾਅ ਲਾਗੂ ਹੁੰਦਾ ਹੈ ਤਾਂ ਇਸ ਤੋਂ ਬਾਅਦ ਕਈ ਕਾਰੋਬਾਰਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਚੈੱਕਆਊਟ ਬੈਗਸ ਨੂੰ ਬੈਨ ਕਰ ਦਿੱਤਾ ਜਾਵੇਗਾ, ਪਰ ਮੀਟ, ਫਰੋਜ਼ਨ ਫੂਡ, ਪਲਾਂਟਸ, ਪ੍ਰੀਪੇਅਰਡ ਫੂਡਸ, ਬਲਕ ਆਈਟਮ, ਪ੍ਰਿਸਕ੍ਰਿਪਸ਼ਨ ਡਰੱਗਸ ਅਤੇ ਹੋਰ ਕਈ ਚੀਜ਼ਾਂ ਵਿੱਚ ਇਸ ਸੰਬੰਧੀ ਰਾਹਤ ਦਿੱਤੀ ਜਾਵੇਗੀ। ਹੁਣ ਕਾਰੋਬਾਰਾਂ ਲਈ ਜ਼ਰੂਰੀ ਹੋਵੇਗਾ ਕਿ ਉਹ ਆਪਣੇ ਗ੍ਰਾਹਕਾਂ ਨੂੰ ਪੇਪਰ ਜਾਂ ਫਿਰ ਰੀਯੂਜ਼ੇਬਲ ਚੈੱਕਆਊਟ ਬੈਗਸ ਮੁਹੱਈਆ ਕਰਵਾਉਣ। ਇਸ ਦੇ ਉੱਪਰ $0.25 ਤੋਂ ਲੈ ਕੇ $2 ਤੱਕ ਦਾ ਖਰਚਾ ਆਉਣ ਵਾਲਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ਤੇ ਪਲਾਸਟਿਕ ਕੰਟੇਨਰਸ ਜਾਂ ਫੋਮ ਕੰਟੇਨਰਸ ਦੀ ਵਰਤੋਂ ਉੱਪਰ ਵੀ ਰੋਕ ਲਗਾਈ ਜਾ ਰਹੀ ਹੈ, ਪਰ ਇਸ ਤਹਿਤ ਹਸਪੀਟਲ, ਕਮਿਊਨਿਟੀ ਕੇਅਰ ਫੈਸਿਲਿਟੀਜ਼ ਅਤੇ ਹੋਰ ਕਈ ਥਾਵਾਂ ਤੇ ਰਾਹਤ ਦਿੱਤੀ ਜਾਵੇਗੀ। ਹੁਣ ਜੋ ਵੀ ਇਸ ਦਾ ਉਲੰਘਣ ਕਰੇਗਾ ਤਾਂ ਉਸ ਨੂੰ ਇਸ ਸੰਬੰਧੀ ਜੁਰਮਾਨਾ ਵੀ ਲਗਾਇਆ ਜਾਵੇਗਾ। ਦੱਸਣਯੋਗ ਹੈ ਕਿ ਰਿਚਮੰਡ ਦਾ ਸਿੰਗਲ ਯੂਜ਼ ਪਲਾਸਟਿਕ ਬਾਇਲਾਅ 27 ਮਾਰਚ 2022 ਤੋਂ ਲਾਗੂ ਹੋਣ ਜਾ ਰਿਹਾ ਹੈ। ਸਰੀ ਦੇ ਬਾਇਲਾਅ ਦੀ ਸ਼ੁਰੂਆਤ 1 ਜਨਵਰੀ 2022 ਤੋਂ ਹੋਣ ਜਾ ਰਹੀ ਹੈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ,
ਕੈਨੇਡਾ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਨੇ, ਸੂਬਿਆਂ ਤੋਂ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਓਨਟਾਰੀਓ ਤੋਂ ਰੋਜ਼ਾਨਾ 1000 ਤੋਂ ਵੱਧ ਮਾਮਲੇ ਦਰਜ ਹੋ ਰਹੇ ਹਨ। 24 ਘੰਟਿਆਂ ਦੌਰਾਨ 1607 ਦੇ ਕਰੀਬ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 5 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਸੂਬੇ ਵਿੱਚ ਹੁਣ ਤੱਕ ਕੁੱਲ 6,30,671 ਕਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟੇ ਦੌਰਾਨ ਦਰਜ ਕੀਤੇ ਗਏ, ਇਹਨਾਂ ਵਿੱਚ 623 ਅਨਵੈਕਸੀਨੇਟਡ, 31 ਪਾਰਸ਼ਲੀ ਵੈਕਸੀਨੇਟਡ ਅਤੇ 99 ਉਹ ਸਨ ਜਿਨ੍ਹਾਂ ਦਾ ਵੈਕਸੀਨੇਸ਼ਨ ਸਟੇਟਸ ਨਹੀਂ ਪਤਾ। ਪ੍ਰੋਵਿੰਸ ਦੇ ਡਾਟਾ ਦੇ ਮੁਤਾਬਕ ਟੋਰਾਂਟੋ ਤੋਂ 24 ਘੰਟਿਆਂ ਦੌਰਾਨ 247, ਕਿੰਗਸਟਨ ਤੋਂ 129, ਆਟਵਾ ਤੋਂ 123, ਪੇਲ ਰੀਜਨ ਤੋਂ 103, ਵਿੰਡਸਰ ਐਸੈਕਸ ਤੋਂ 99, ਯਾਰਕ ਰੀਜਨ ਤੋਂ 96, ਹਾਲਟਨ ਰੀਜਨ ਤੋਂ 73, ਨਾਇਗਰਾ ਰੀਜਨ ਤੋਂ 66, ਡੋਰਹਮ ਰੀਜਨ ਤੋਂ 56 ਅਤੇ ਵਾਟਰਲੂ ਰੀਜਨ ਤੋਂ 53 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਹੁਣ ਤੱਕ 10,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। अस्पताल ਵਿੱਚ ਇਸ ਸਮੇਂ 323 ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਤੇ 146 ਮਰੀਜ਼ਾਂ ਦੀ ਗਿਣਤੀ ਇੰਟੈਂਸਿਵ ਕੇਅਰ ਅਧੀਨ ਵੀ ਦੱਸੀ ਗਈ। ਓਨਟਾਰੀਓ ਵਿੱਚ ਐਕਟਿਵ ਕੇਸਿਸ ਦੀ ਗਿਣਤੀ 10,000 ਤੋਂ ਉੱਤੇ ਹੈ ਤੇ ਪ੍ਰੋਵਿੰਸ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 6,10,592 ਦੇ ਕਰੀਬ ਦੱਸਿਆ ਗਿਆ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 87.5% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਤੇ 90.2% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲਗਵਾਈ ਗਈ ਹੈ। ਕਿਊਬਿਕ ਵਿੱਚ 1000 ਤੋਂ ਵੱਧ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਜਿਸ ਦਾ ਮਤਲਬ ਹੈ ਕਿ 24 ਘੰਟਿਆਂ ਦੌਰਾਨ 1982 ਮਾਮਲੇ ਸਾਹਮਣੇ ਆਏ ਅਤੇ 4 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਇੱਥੇ ਹੁਣ ਤੱਕ ਕੁੱਲ 4,64,690 ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,607 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। अस्पताल ਵਿੱਚ 251 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਤੇ 63 ਇੰਟੈਂਸਿਵ ਕੇਅਰ ਅਧੀਨ ਹਨ। ਇੱਥੇ 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 81% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਹਨ। ਕੈਨੇਡਾ 'ਚ ਹੁਣ ਤੱਕ ਕੁੱਲ 1.8 ਮਿਲੀਅਨ ਤੋਂ ਵੱਧ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,900 ਕਰੋਨਾ ਕਾਰਨ ਮੌਤਾਂ ਹੋ ਚੁੱਕੀਆਂ ਨੇ। ਐਕਟਿਵ ਕੇਸਿਸ ਦੀ ਗਿਣਤੀ 32,988 ਹੈ ਤੇ ਮਾਈਲਡ ਕੰਡੀਸ਼ਨ ਵਿੱਚ 32,519 ਦੱਸੇ ਗਏ। ਸੀਰੀਅਸ ਕੰਡੀਸ਼ਨ ਵਿੱਚ 469 ਦੱਸੇ ਜਾ ਰਹੇ ਨੇ। ਕੈਨੇਡਾ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 1.7 ਮਿਲੀਅਨ ਤੋਂ ਵੱਧ ਦਾ ਹੈ। ਕੈਨੇਡਾ ਅੰਦਰ ਵੱਡੀ ਗਿਣਤੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਇੱਕ ਡੋਜ਼ ਹਾਸਲ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਤਾਂ ਹੈ ਹੀ, ਦੂਜੇ ਪਾਸੇ ਵੱਧ ਗਿਣਤੀ ਲੋਕਾਂ ਵੱਲੋਂ ਕਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ। ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸੂਬਿਆਂ ਤੋਂ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਕਿੰਨੇ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਲਗਵਾ ਲਈ ਗਈ ਹੈ। ਕੈਨੇਡਾ ਵਿੱਚ ਇਸ ਸਮੇਂ 79.54% ਦੀ ਆਬਾਦੀ ਫੁੱਲੀ ਵੈਕਸੀਨੇਟਡ ਹੈ। ਇਸ ਤੋਂ ਇਲਾਵਾ 85% ਦੀ ਆਬਾਦੀ ਤੋਂ ਵੱਧ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ। ਹੁਣ ਵੱਖ-ਵੱਖ ਸੂਬਿਆਂ ਤੋਂ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਗਿਆ ਕਿ ਇੱਥੇ ਵੈਕਸੀਨੇਸ਼ਨ ਰੇਟ ਕੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ 85.63%, ਐਲਬਰਟਾ ਵਿੱਚ 82.2%, ਸਸਕੈਚੁਆਨ ਵਿੱਚ 83.85%, ਮੈਨੀਟੋਬਾ ਵਿੱਚ 84.67%, ਓਨਟਾਰੀਓ ਵਿੱਚ 84.84%, ਕਿਊਬਿਕ ਵਿੱਚ 85.69%, ਨਿਊ ਬਰਨਜ਼ਵਿਕ ਵਿੱਚ 87.52%, ਨੋਵਾ ਸਕੋਸ਼ੀਆ ਵਿੱਚ 96.13%, ਪ੍ਰਿੰਸ ਐਡਵਰਡ ਆਈਲੈਂਡ ਵਿੱਚ 99.38%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ 100.66%, ਯੂਕॉन ਵਿੱਚ 86.96%, ਨਾਰਥ ਵੈਸਟ ਟੈਰੀਟਰੀਜ਼ ਵਿੱਚ 91.65%, ਨੁਨਾਵਤ ਵਿੱਚ 79.51% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਵੱਧ ਗਿਣਤੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਵੀ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ 81.79%, ਐਲਬਰਟਾ ਵਿੱਚ 76%, ਸਸਕੈਚੁਆਨ ਵਿੱਚ 76.15%, ਮੈਨੀਟੋਬਾ ਵਿੱਚ 79.17%, ਓਨਟਾਰੀਓ ਵਿੱਚ 80.23%, ਕਿਊਬਿਕ ਵਿੱਚ 79.81%, ਨਿਊ ਬਰਨਜ਼ਵਿਕ ਵਿੱਚ 81.65%, ਨੋਵਾ ਸਕੋਸ਼ੀਆ ਵਿੱਚ 90.40%, ਪ੍ਰਿੰਸ ਐਡਵਰਡ ਆਈਲੈਂਡ ਵਿੱਚ 84.77%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ 94.69%, ਯੂਕॉन ਵਿੱਚ 83.36%, ਨਾਰਥ ਵੈਸਟ ਟੈਰੀਟਰੀਜ਼ ਵਿੱਚ 85.49%, ਨੁਨਾਵਤ ਵਿੱਚ
68.50% ਦੀ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਅਮਰੀਕਾ ਵਿੱਚ ਆਇਆ ਤੂਫਾਨ, 50 ਤੋਂ ਵੱਧ ਦੀ ਹੋਈ ਮੌਤ। ਪੰਜਾਬੀ ਦੀ ਹੋਈ ਮੌਤ, ਪੁਲਿਸ ਨੇ ਦੱਸੀ ਪਹਿਚਾਣ। ਕੈਨੇਡਾ ਵਾਸੀਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ, ਕੋਰੋਨਾ ਦੇ ਨਵੇਂ ਰੂਪ ਕਾਰਨ ਚੁੱਕਿਆ ਗਿਆ ਕਦਮ। ਕਈ ਥਾਵਾਂ ਤੇ ਪਵੇਗੀ ਬਰਫ਼, ਮੌਸਮ ਬਾਰੇ ਆਈ ਜਾਣਕਾਰੀ। ਕੋਰੋਨਾ ਦੇ ਨਵੇਂ ਰੂਪ ਬਾਰੇ ਜਾਣਕਾਰੀ, ਅਫਰੀਕਾ ਦੇ ਡਾਕਟਰ ਨੇ ਕੀਤਾ ਦਾਅਵਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇਨ੍ਹਾਂ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।